ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਾਵਰ ਤਖਤ ਸ਼ੰਕਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪਰਪੱਕ ਹਾਜ਼ਰ ਨਾਜ਼ਰ ਸਤਿਗੁਰੂ ਵਾਲੀ ਦੋ ਜਹਾਂ ਹਲਕ ਪਲਕ ਦੇ ਰੱਖੇ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਪਣੇ ਅਪਾਰ ਕਿਰਪਾ ਰਹਿਮਤ ਬਖਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੇ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ ਦੇ ਦੇਗ ਦੇ ਧਨੀ ਮਰਦ ਅਗੰਬੜੇ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦੇ ਹਾਂ। ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਂਝੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ ਆਪ ਜੀ ਵਡਭਾਗੇ ਪਹੁੰਚੋ। ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਉਦਮ ਉਪਰਾਲੇ ਪ੍ਰੇਰਨਾ ਤੰਦਰੁਸਤੀ ਸਦਕਾ ਸਾਹਿਬਾਂ ਜੀ ਦੇ ਮਹਾਨ ਪਾਵਨ ਸਥਾਨ 'ਤੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਤਿਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੀ ਗੁਰ ਸੰਗਤ ਅੰਦਰ ਸੱਜ ਕੇ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਪਨਾਇਆ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਤੁਰਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਗਰੀਬਨਵਾਜ ਜਗਤ ਗੁਰੂ ਧੰਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਹਿ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਸਾਹਿਬਾਂ ਦੇ ਪਾਵਨ ਪਵਿੱਤਰ ਮੁਖ ਮੰਡਲ ਦੁਆਰਾ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਕਲਿਆਣਕਾਰੀ ਉਪਦੇਸ਼ ਜੋ ਸ੍ਰੀ ਰਾਗ ਦੇ ਅੰਦਰ ਸੁਭਾਇਮਾਨ ਹੈ, ਜਿਸ ਦੀ ਗੁਰੂ ਕਿਰਪਾ ਸਦਕਾ ਵਿਚਾਰ ਕਰਨੀ ਹੈ। ਸਤਿਗੁਰੂ ਪਾਤਸ਼ਾਹ ਜੀ ਤੌਫੀਕ ਬਖਸ਼ਣ ਸੋਝੀ ਬਖਸ਼ਿਸ਼ ਕਰਨਾ। ਆਪ ਕਿਰਪਾ ਕਰਕੇ ਗੁਰਮਤਿ ਦਾ ਆਸ਼ਾ ਗੁਰਮਤਿ ਦਾ ਸਿਧਾਂਤ ਸਾਡੇ ਅੰਤਰਾਤਮੇ ਹਿਰਦੇ ਦੇ ਵਿੱਚ ਵਸਾਉਣ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਇਸ ਪਾਵਨ ਉਪਦੇਸ਼ ਦੁਆਰਾ ਕਿਰਪਾ ਕਰ ਰਹੇ ਹਨ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਸਾਰੇ ਜਪੀਏ ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ। ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ। ਸਾਹਿਬ ਸਤਿਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਉਪਦੇਸ਼ ਤੇ ਸਵਾਰ ਕਿਰਪਾ ਕਰ ਰਹੇ ਹਨ। ਜਗਿਆਸੂ ਜਾਨ ਗੁਰਮੁਖ ਜਾਨ ਪਰਮਾਰਥ ਦੇ ਮਾਰਗ ਦੇ ਪਾਂਧੀ ਬਹੁਤ ਸਾਰੀਆਂ ਜੁਗਤੀਆਂ ਢੰਗ ਤਰੀਕੇ ਉਪਾਅ ਜਤਨ ਪੁੱਛਦੇ ਹਨ ਜਿਸ ਤਰੀਕੇ ਦੁਆਰਾ ਅਕਾਲ ਪੁਰਖ ਜੀ ਦੀ ਖੁਸ਼ੀ ਪ੍ਰਸੰਨਤਾ ਤੇ ਪ੍ਰਾਪਤੀ ਹੋ ਸਕੇ। ਜੀਵਨ ਕਾਲ ਅੰਦਰ ਸੁਖ ਆਨੰਦ ਦੇ ਖੇੜਾ ਮਿਲ ਸਕੇ। ਕੌਣ ਨਹੀਂ ਚਾਹੁੰਦਾ ਐਸੀ ਅਵਸਥਾ ਪ੍ਰਾਪਤ ਹੋਵੇ। ਇਸ ਅਵਸਥਾ ਦੀ ਪ੍ਰਾਪਤੀ ਵਾਸਤੇ ਜਦੋਂ ਅੰਦਰ ਜਿਗਿਆਸਾ ਭਾਵ ਤਾਂ ਸਿੱਖ ਸਦਰ ਖਿੱਚ ਪੈਦਾ ਹੁੰਦੀ ਹੈ ਤਾਂ ਫਿਰ ਕੁਦਰਤਨ ਐਸਾ ਸਵਾਲ ਮਨੁੱਖ ਦੇ ਮਨ ਵਿੱਚੋਂ ਪੈਦਾ ਹੁੰਦਾ ਹੈ ਕਿ ਉਹ ਕਿਹੜਾ ਯਤਨ ਉਪਰਾਲਾ ਹੈ ਜਿਸ ਨੂੰ ਕਰਨ ਨਾਲ ਇਹ ਸਾਰਾ ਕੁਝ ਪ੍ਰਾਪਤ ਹੋ ਸਕਦਾ ਹੈ। ਤਾਂ ਸਤਿਗੁਰੂ ਨੇ ਦੱਸਿਆ ਕਿ ਭਾਈ ਉਹ ਨਾਮ ਹੈ, ਉਹ ਸਿਮਰਨ ਹੈ, ਉਹ ਭਗਤੀ ਹੈ, ਉਹ ਬੰਦਗੀ ਹੈ, ਉਹ ਸਤ ਸੰਗਤ ਹੈ ਜਿਸ ਦੁਆਰਾ ਇਹ ਸਾਰੀ ਖੇਡ ਪ੍ਰਾਪਤ ਹੁੰਦੀ ਹੈ, ਉਹ ਅਵਸਥਾ ਮਿਲਦੀ ਹੈ। ਸਵਾਲ ਪੈਦਾ ਹੋਇਆ ਕਿ ਨਾਮ ਕਿਵੇਂ ਸਲਾਉਣਾ ਚਾਹੀਦਾ, ਨਾਮ ਕਿਵੇਂ ਧਿਆਉਣਾ ਚਾਹੀਦਾ, ਨਾਮ ਦੀ ਵਡਿਆਈ ਸਿਫਤਾਂ ਕਿਵੇਂ ਕਰਨੀਆਂ ਚਾਹੀਦੀਆਂ ਹਨ। ਇਹ ਜਿਹੜਾ ਸਵਾਲ ਸੀ ਇਹਦਾ ਉੱਤਰ ਗੁਰੂ ਪਾਤਸ਼ਾਹ ਜੀ ਨੇ ਅੱਧੀ ਪੰਕਤੀ ਵਿੱਚ ਦਿੱਤਾ ਹੈ। ਨਾਮ ਸਾਲਾਹੀ ਰੰਗ ਸਿਉ। ਰੰਗ ਦਾ ਅਰਥ ਇੱਥੇ ਹੈ ਪ੍ਰੇਮ, ਸਿਉ ਦਾ ਅਰਥ ਹੈ ਨਾਲ, ਸਲਾਹੀ ਦਾ ਅਰਥ ਹੁੰਦਾ ਵਡਿਆਉਣਾ, ਸਲਾਹੁਣਾ, ਜਸ ਕੀਰਤੀ ਕਰਨੀ, ਸਿਫਤ ਕਰਨੀ। ਪਹਿਲੀ ਗੱਲ ਹੈ ਸਾਹਿਬ ਕਹਿ ਰਹੇ ਨੇ ਭਾਈ ਨਾਮ ਦੀ ਸਲਾਹੁਤਾ ਕਰੋ, ਨਾਮ ਦੀ ਵਡਿਆਈ ਕਰੋ। ਤਰੀਕਾ ਕਿਹੜਾ ਹੈ? ਸਾਹਿਬ ਕਹਿੰਦੇ ਰੰਗ ਸਿਉ, ਪ੍ਰੇਮ ਦੇ ਨਾਲ। ਕਿਉਂਕਿ ਗੁਰਮਤਿ ਦਾ ਸਿਧਾਂਤ ਤੇ ਆਸ਼ਾ ਵਚਨ ਹੈ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜਿਹੜਾ ਕੰਮ ਬੰਦਾ ਬੱਧਾ ਰੁੱਤੀ ਕਰੇ, ਅੰਦਰੋਂ ਮਨ ਨਹੀਂ ਮੰਨਦਾ ਕਰਨ ਵਾਸਤੇ ਪਰ ਫਿਰ ਵੀ ਹੱਠ ਨਾਲ ਕਰੇ, ਅਜਿਹੇ ਕਰਮ ਦੇ ਅੰਦਰ ਬਹੁਤਾ ਭਾਰੀ ਮਹਾਤਮ ਤੇ ਫਲਾਦੇਸ਼ ਪ੍ਰਾਪਤ ਨਹੀਂ ਹੋਇਆ ਕਰਦਾ। ਭਾਵੇਂ ਕੋਈ ਸਰੀਰਕ ਤੌਰ ਤੇ ਕਰ ਰਿਹਾ ਹੈ, ਸੰਸਾਰੀ ਤੌਰ ਤੇ ਤਾਂ ਅਜਿਹਾ ਕੰਮ ਕਰਦਿਆਂ ਹੋਇਆ ਹੋ ਸਕਦਾ ਥੋੜ੍ਹੀ ਬਹੁਤੀ ਉਹਨੂੰ ਦਿਹਾੜੀ ਮਿਲ ਜਾਏ। ਕੋਈ ਦਿਹਾੜੀਦਾਰ ਦਿਹਾੜੀ ਕਰ ਰਿਹਾ ਹੈ, ਮਜ਼ਦੂਰ, ਉਹਦਾ ਮਨ ਨਹੀਂ ਕਰਦਾ ਕਿ ਮੈਂ ਦਿਹਾੜੀ ਕਰਾਂ ਪਰ ਉਹਨੂੰ ਕਰਨੀ ਪੈ ਰਹੀ ਹੈ। ਸਰੀਰਕ ਤੌਰ ਤੇ ਉਹਨੇ ਮਿਹਨਤ ਮੁਸ਼ੱਕਤ ਕੀਤੀ, ਉਹਨੂੰ ਦਿਹਾੜੀ ਪ੍ਰਾਪਤ ਹੋ ਗਈ। ਆਤਮ ਮਾਰਗ ਇਸ ਤੋਂ ਬਿਲਕੁਲ ਉਲਟ ਹੈ ਕਿ ਸਰੀਰ ਭਾਵੇਂ ਘਾਲਣਾ ਵਿੱਚ ਪਾਇਆ, ਜੇਕਰ ਅੰਦਰ ਪਿਆਰ ਸਨੇਹ ਮੁਹੱਬਤ ਨਹੀਂ ਤੇ ਇਹ ਜੀਵਨ ਦੀ ਯਾਤਰਾ ਸਫਲ ਨਹੀਂ ਹੋਈ, ਬਿਲਕੁਲ ਹੀ ਨਹੀਂ। ਕਿਤੇ ਐਸਿਆਂ ਦੀ ਸਾਹਿਬਾਂ ਦੱਸਿਆ ਕਿ ਕੋਈ ਪੁੱਠਾ ਲਟਕਿਆ ਰਵੇ, ਜਲ ਧਾਰੇ ਕਰੇ ਧੂੜੇ ਤਪਾਵੇ ਤੋਂ ਰੱਬ ਪਾ ਲੈਂਦਾ ਨਹੀਂ। ਕਹਾ ਭਇਓ ਜੋ ਦੂਰ ਲੋਚਨ ਮੂੰਦ ਕਹਿ ਬੈਠ ਰਹੇ ਹੋ ਪੱਕ ਧਿਆਨ ਲਗਾਇਓ। ਕੀ ਹੋ ਗਿਆ ਜੀ? ਅੱਖਾਂ ਬੰਦ ਕਰ ਲਈਆਂ, ਬਗਲੇ ਦੀ ਤਰ੍ਹਾਂ ਬੈਠ ਕੇ ਧਿਆਨ ਲਗਾ ਲਿਆ। ਨਾਥ ਫਿਰਿਓ ਲਈ ਸਾਤ ਸਮੁੰਦਰ ਲੋਕ ਗਏ ਉੱਪਰ ਲੋਕ ਗਵਾਏ। ਸੱਤਾਂ ਸਮੁੰਦਰਾਂ ਤੇ ਇਸ਼ਨਾਨ ਕਰ ਲੈ, ਲੰਬੀਆਂ ਯਾਤਰਾਵਾਂ ਕਰਨੀਆਂ। ਇਹ ਪ੍ਰਾਪਤੀ ਹੋਈ? ਸਾਹਿਬ ਕਹਿੰਦੇ ਨਹੀਂ, ਬੰਦਾ ਲੋਕ ਤੇ ਪਰਲੋਕ ਗਵਾ ਲੈਂਦਾ। ਬਾਤ ਕਿਉ ਵਿਗਿਆਨ ਸੋ ਬੈਠ ਗਏ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਬਾਸ ਕੀ ਵਾਸਾ ਕਰ ਲਿਆ, ਵਿਗਿਆਨ ਸੋ ਬੈਠ ਕੇ ਉਹਨਾਂ ਥਾਵਾਂ ਤੇ ਜਿਹੜੀਆਂ ਉਜਾੜ ਵਾਲੀਆਂ ਥਾਵਾਂ, ਜੰਗਲਾਂ ਪਹਾੜਾਂ ਦੀਆਂ ਕੁੰਦਰਾਂ ਸ਼ਮਸ਼ਾਨ ਭੂਮੀਆਂ, ਇਹਨਾਂ ਥਾਵਾਂ ਤੇ ਜਾ ਕੇ ਵਾਸਾ ਕਰ ਲਿਆ। ਕੋਈ ਪ੍ਰਾਪਤੀ ਨਹੀਂ ਸਾਹਿਬ ਕੀ। ਸਾਜ ਕਹਾਂ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪ ਪਾਇਓ। ਆ ਸਾਰੀਆਂ ਚੀਜ਼ਾਂ ਗਿਣ ਕੇ ਪੰਥ ਦਾ ਵਾਲੀ ਕਲਗੀਧਰ ਪਾਤਸ਼ਾਹ ਜੀ ਆਖਦੇ ਹਨ ਜਿਹਨਾਂ ਪ੍ਰੇਮ ਕੀਤਾ ਹੈ, ਸਤਿਗੁਰੂ ਪਰਮੇਸ਼ਰ ਨਾਲ ਪਿਆਰ ਕੀਤਾ, ਸਨੇਹ ਕੀਤਾ, ਮੁਹੱਬਤ ਕੀਤੀ, ਉਹਨਾਂ ਪਰਮਾਤਮਾ ਪਾ ਲਿਆ। ਸੋਠ ਨਾਗ ਦੀ ਵਾਰ ਦੇ ਅੰਦਰ ਤੀਜੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜੋ ਸ਼ਬਦ ਹੈ, ਦੋ ਸ਼ਬਦ ਔਰ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ।
उस पौड़ी के दो अंतले बंद हन, हर नाम सलाही रंग स्यो, सब किल विख प्रिखा, धन धन सुहावा सो शरीर थान है, जिथै मेरा गुर धरे विखा। विखा कहते कदम नूं, जिवें लांघ पुट के कदम रखिया जाता। सो साहब कहते हर नाम सलाही रंग स्यो, ਜਿਹੜੇ ਗੁਰਮੁਖ ਜਾਨ ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ ਰੰਗ ਸਿਓ ਪਿਆਰ ਪ੍ਰੇਮ ਦੇ ਨਾਲ ਸੁਣਾਉਂਦੇ ਹਨ, ਉਹਨਾਂ ਨੂੰ ਪ੍ਰਾਪਤੀ ਕੀ ਹੁੰਦੀ? ਸਭ ਕਿਲ ਵਿਖ ਕ੍ਰਿਖਾ। ਕਿਲ ਵਿਖ ਹੁੰਦੇ ਪਾਪ, ਕ੍ਰਿਖਾ ਹੁੰਦੇ ਖਿੱਚ ਰਹਿ ਜਾਂਦੇ, ਭਾਵ ਅਰਥ ਹੈ ਮੁੱਕ ਜਾਂਦੇ। ਜਿਹੜੇ ਪਿਆਰ ਵਿੱਚ ਭਿੱਜ ਕਰਕੇ ਵਾਹਿਗੁਰੂ ਦੀ ਇਬਾਦਤ ਕਰਦੇ, ਸਿਮਰਨ ਕਰਦੇ, ਸਲੋਤਾ ਕਰਦੇ, ਵਡਿਆਈ ਕਰਦੇ ਨਾ, ਸਾਹਿਬ ਕਹਿੰਦੇ ਸਭ ਕਿਲ ਵਿਖ ਕ੍ਰਿਖਾ, ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ, ਮੁੱਕ ਜਾਂਦੇ ਹਨ, ਨਾਸ਼ ਹੋ ਜਾਂਦੇ ਨੇ। ਤੇ ਇਹੋ ਜਿਹਾ ਸਰੀਰ ਧਨ ਧਨ ਸੋ ਸਰੀਰ ਥਾਨ ਹੈ। ਉਹ ਸਰੀਰ ਪ੍ਰਤੱਖ ਸਰੀਰ ਹਿਰਦਾ ਰੂਪੀ ਥਾਨ ਸੋਹਣਾ ਹੈ, ਸੁਹਾਵਣਾ ਹੈ, ਜਿੱਥੇ ਮੇਰਾ ਗੁਰੂ ਧਰੇ ਵਿਖਾ, ਜਿੱਥੇ ਮੇਰਾ ਸੱਚਾ ਸਾਹਿਬ ਕਦਮ ਰੱਖ ਦਵੇ, ਨਾਮ ਵਸਾ ਦਵੇ। इस तरह साहिबा ने बाणी अंतर थावां थावां ते वाहिगुरू दा जिथे नाम सलाउण सिफत सलाह करन दी हदायत ते आग्या कीती, उत्थे सलाउणा किस तरह चाहिदा वो ढंग दस दिता है कि भाई बद्दा रती कीता होया कारज आत्म मार्ग दे विच सफलता नहीं दिंदा, सगों प्रेम प्यार स्नेह विच भेज के अपना आपा समर्पित कीतियां ही आत्म मार्ग में चलते हाँ प्रभु परमात्मा की प्राप्ति होती है। साहब कह रहे नाम सालाही रंग स्यो, हे भाई वाहिगुरू का नाम सलाउना चाहिए किवें? रंग स्यो प्रेम दे नाल, प्रीत दे नाल, प्यार विच भिज करके। गुर कै शब्द संतोख, गुरु का शब्द सुन के ना, सिक्ख्या सुन के संतोख धारण करना चाहिए। रब्बी दैवी गुणा विचों संतोख सब तो मुढ़ला गुण मनिया जाता है। नी ना होवे ते महलों का, चुबारियां का, कोठियां का उसरना संभव हो जाता। इसे तरह संतोख बाकी गुणों का जिहड़ा सब तो थल्ला पासा नी है, थल्ला है कह लो, नी कह लो। सो साहब कह रहे ने गुर के शब्द संतोख, गुरु का शब्द का अर्थ है सिक्ख्या उपदेश सुन के भाई संतोख धारण करो। संतोख तो बिना जीवन के विच कोई तृप्ति, कोई रज प्राप्त नहीं हो सकता। गुरु नानक देव पातशाह का वचन भाई नाम बीज संतोख सुहागा, रख गरीबी वेस। जिथे नाम का बीज बीजना है शरीर रूपी धरती के अंदर, उत्थे संतोख का सुहागा बड़ा जरूरी है। क्योंकि भावें कितना भी कीमती बीज पाया होवे, पैली चंगी तरह रौनी करके वाही होवे, बीज का छट्टा दे के सुहागा ना फेरिया जाए तो पंछी बीज चुग जाते। बीज प्रफुल्लित पूर्ण रूप में नहीं होंदा, सुहागे की लोड़ पैंदी जिवें बाहरी तौर पर किसान। इसे तरह साहब कहते नाम का बीज बीज के संतोख रखना, सब्र रखना, धीरज रखना बड़ा जरूरी है। संतोख का पल्ला नहीं फड़िया, मनुखी मन दीयां इच्छावां गलत पासे लै जाणगियां। कई तरह दी मंगां मन जो पैदा होणगियां जिहड़ियां दुखदाई साबित हो सकदियां हन। इस वास्ते संतोखी जीवन चाहिदा है। साहब कहते नाम बीज संतोख सुहागा, संतोख का सुहागा फेरदे नाम का बीज बीज करके कोई मांग ही ना उठे। सेवा करत होए निकामी, तिसको होत प्राप्त स्वामी, निष्काम हो जाए। सो सब्र ते संतोख रखना बड़ा जरूरी है। साहब कहते गुर के शब्द संतोख, गुरु का शब्द जपदिया होया, कमाउंदिया होया, अंदर आत्मे हिरदे च संतोख धारण करके रख ते हरि दे नाम की सलाहता वडियाई प्रेम भावना च भिज करके करनी कर। जो दिसै सो चल से, कूड़ा मोह ना वेख। जो दिसै जो दिसदा है, इन्हां प्रतख सामणियां खुलियां अखां दे नाल जो कुछ भी नजर आउंदा, भावें कोई बंद करके वेख सुपना वेख लवे, सुपना किहड़ा सदीवी है। गुरु साहब कहते जो दिसे जो भी दिसदा है,
जो ये सारा पसारा नजर आउंदा राणा राव ना को रहे रंग न तुंग फकीर वारी आपो अपनी कोय न बंदे तीर देखे गीता अपना घर कच्ची पक्की सारी है जो आया सो चलसी सब कोई आई वारी है साहब कहते आपो अपनी वारी अनुसार सारे तुर जाते जो दिसे सो चलसी वो चलाए मान है कूड़ा मोह ਨੂੰ कूड़ा क्या झूठा क्या है इस मोह ਦੇ ਵਾਲੇ ਪਾਸੇ ਵੇਖ ਕਰਕੇ ਤੂੰ ਔਗਣਾ ਵਿੱਚ ਨਾ ਫਸਣਾ ਕਰ परमात्मा गुरु वाले पासे ਵੇਖ ਤੱਕ ਉਹਦਾ ਆਸਰਾ ਰੱਖ ਝੂਠੇ ਮੋਹ ਦੀ ਟੇਕ ਨਾ ਰੱਖ ਕੇ ਇਹ ਮੇਰਾ ਪਰਿਵਾਰ ਜਿਹੜਾ ਮੇਰਾ ਸਹਾਈ ਹੋਵੇਗਾ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਬਿਲਾਵਲ ਰਾਗ ਦੇ ਅੰਦਰ ਹੈ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਦੂ ਘਰ ਬਾਰ ਇਸ ਸੰਸਾਰ ਇਸ ਤਰ੍ਹਾਂ ਦਾ ਸਜਾਇਆ ਪਰਮਾਤਮਾ ਨੇ ਬਾਦੂ ਹੁੰਦੀ ਰੇਤਾ ਜਿਵੇਂ ਰੇਤਾ ਦਾ ਕਿਸੇ ਮਕਾਨ ਤਿਆਰ ਕੀਤਾ ਜਿਉ ਬਾਲੂ ਘਰ ਬਾਰ ਬਿਰਸਤ ਬਾਰ ਨਾ ਲਾਗਈ ਜਿਉ ਕਾਗਦ ਕੁੰਦਾਰ ਇਹਨੂੰ ਬਿਰਸਦਿਆਂ ਖਤਮ ਹੁੰਦਿਆਂ ਬਾਹਰ ਹੁੰਦੀ ਦੇਰੀ ਨਹੀਂ ਲੱਗਦੀ ਜਿਵੇਂ ਕਾਗਜ਼ ਦੇ ਉੱਪਰ ਚਾਰ ਕਣੀਆਂ ਬਰਸਾਤ ਪੈ ਜੇ ਮੀਂਹ ਪੈ ਜਾਂਦੇ ਕਾਗਜ਼ ਗਲ ਜਾਂਦਾ कहाँ सो भाई मीत है देख नैन पसार एक चाले एक चल है सब अपनी वार कौन है किसी का भरा कौन है रिश्तेदार संबंधी जो सदीवी साथ देता होवे कि चले गए एक चलन वास्ते तैयार है ते रहंदे भी पुन जाहे वो भी चले जाएंगे सो जिन पूरा सतगुर सेविया से अक्षर हर द्वार जन नानक हर का दास है राख पैज मुराद मालका तू कृपा करके इज्जत पत रख ले संसार की हर वस्तु चलाए मान है सो साहब कह रहे भाई कूड़ा मोह ना वेख झूठा मोह वे करके ना फसना कर जो पदार्थ हैं इन्हों का झूठा ही मोह है ये कूड़ा है नाल निभन वाला नहीं है जो भी सामने पसारा नजर पैंदा है सो चलसी वो चले जाने वाला है पहला भी चले गया है हुण भी जेड़ा दिसदा चले जावेगा ते अगे भी चले जाने वाला है अइए ही महापुरख बाबा फरीद साहब जी कहते ने अपने मां बाप वाली निगाह मार के वेख फरीदा किथे तैडे मापिया जिन्नी तू जने जने ओ है तै पासों लद गए दा खुदा चले गए तू अजे ना पति नो है तू अजे भतीजिया पसीजिया नहीं भरोसा नहीं करता कि वो चले गए हैं सो जिन्नी चलन जानिया से क्यों करेंगे सार जिन्हों ने चलना समझ लिया ना किधर चले जाना वो बंदे बहुत खलारा नहीं खिलारते चलन सार न जानी काज सवार न हार जेड़े बंदियां ने संसार तो तुर जाने की खबर सार नहीं जानी नहीं समझी वो बंदे दुनिया के झूठे कारज सवार में लगे रहते क्या कर लो क्या कर लो फड़ लो सारा दिन होंगी है साहब कहते इस तरह भाई जो को सारा दिसदा है इस खचत ना होए सबैन के नाल ना वै सगों तक के जो तू वेख रहा ना कूड़ा मोह ये सारा का सारा झूठा मोह है नाशवंत है बाट बटाऊ आया नित चलदा साथ देख वाट हुंदा रस्ता ते बटाओ हुंदा रस्ते ते तुरन वाला पांदी राही ये रास्ता केड़ा है जमन ते मरण दा मार्ग है सब इकट्ठे होए आया कर जासन वाट बटाया गुरमुख लाहा लै गए मनमुख चले मूल गवाए जी गुरमुख भाव भगती दे बंदगी दे राह ते वाट ते तुर के लाहा लै गए मनमुख ताई दे राह ते तुर गए दो रस्ते ने जिन्हां दा बारे च जिक्र कीता लिव भात दोए राह है दो मार्ग दो रस्ते एक लिव दा रस्ता है एक माया दा रस्ता है एक माया दे देश नूं जांदा है एक निरंकार दे देश नूं जांदा है वाट बटाओ आया ये जीव रूपी मुसाफर आया है ये राही आया है इस जमन मन दे रस्ते ते तुर के नित चलता साथ देख बंदे वेख लै कि नित चलता साथ जेड़ा तेरा साथ है ना संगी साथी वो निता प्रति चले जा रहे हैं कभी किसी रिश्तेदार कभी किसी रिश्तेदार संसार अंदर निगाह मार के वेख क्यों जेड़े तेरे निता प्रति समझे जाते सी कि संगी साथी भैन भरा माता पिता धियां पुत्र हैं ਇਹੋ ਜਿਹੇ
ਮਾਪੇ ਵੀ ਸੰਸਾਰ ਵਿੱਚ ਹਨ, ਪੰਜ ਪੰਜ ਪੁੱਤਰ ਸਨ ਪਰ ਇੱਕ ਵੀ ਨਹੀਂ। ਮਾਂ ਬਾਪ ਬਜ਼ੁਰਗ ਅਵਸਥਾ ਵਿੱਚ ਜਿਉਂਦੇ। ਸਿਸ ਵਾਸਤੇ ਸਾਹਿਬ ਕਹਿ ਰਹੇ ਨੇ ਨਿਤ ਚੱਲਦਾ, ਜਿਹੜਾ ਨਿਤਾਂ ਪ੍ਰਤੀ ਚੱਲਦਾ ਰਹਿੰਦਾ ਹੈ। ਸਾਥ ਦਾ ਅਰਥ ਹੁੰਦਾ ਜਿਹੜਾ ਸਾਥ ਨਾਲ ਹੋਵੇ, ਸਾਥ ਦਾ ਕ੍ਰਿਆ ਹੁੰਦਾ ਨਾਲ। ਨਾਲ ਦਾ ਦੇਖ ਵੇਖ ਲੈ ਭਾਈ, ਜਿਹੜਾ ਤੇਰਾ ਸਾਥ ਤੁਰਿਆ ਜਾ ਰਿਹਾ ਹੈ। ਆਖਣ ਆਖੈ ਕਿਤੜੇ ਗੁਰ ਬਿਨ ਬੂਝ ਨਾ ਹੋਏ। ਆਖਣ ਆਖੇ ਆਖ ਆਖ ਕੇ ਆਖਣ ਵਾਲੇ, ਗਿਆਨ ਦੀਆਂ ਗੱਲਾਂ ਕਰਨ ਵਾਲੇ, ਰੱਬ ਦੀ ਪ੍ਰਾਪਤੀ ਦੀਆਂ ਗੱਲਾਂ ਕਰਨ ਵਾਲੇ। ਕੇਤੜੇ ਦਾ ਅਰਥ ਹੁੰਦਾ ਕਿੰਨੇ ਕੁ ਹਨ, ਬਹੁਤ ਸਾਰੇ ਨੇ, ਕੋਈ ਪਤਾ ਨਹੀਂ ਕਿੰਨੇ ਗਿਆਨ ਦੀਆਂ ਗੱਲਾਂ ਕਰਨ ਵਾਲੇ ਨੇ। ਬਾਬਾ ਨਾਮਦੇਵ ਸਾਹਿਬ ਨੇ ਸੁਣਿਆ ਉਹਨਾਂ ਕੋਲੋਂ, ਕੋਈ ਆਖੇ ਨਿਰਵਾਹ, ਕੋਈ ਬੋਲੇ ਦੂਰ। ਕੋਈ ਕਹਿ ਰਿਹਾ ਸੀ ਰੱਬ ਨੇੜੇ, ਕੋਈ ਕਹਿ ਰਿਹਾ ਸੀ ਦੂਰ ਹੈ। ਕਹਿਣ ਲੱਗੇ ਕਾਹੇ ਨੇ ਭਾਈ ਬਕਵਾਦ ਲਾਇਓ, ਬਕਵਾਸ ਕਾਤੋਂ ਕਰਦੇ ਹੋ, ਐਵੇਂ ਸਮਾਂ ਕਿਉਂ ਖਰਾਬ ਕਰਦੇ ਹੋ। ਜਿਨ ਹਰ ਪਾਇਓ ਇਹਨੇ ਛੁਪਾਇਓ, ਜਿਨ੍ਹਾਂ ਰੱਬ ਪਾ ਲਿਆ ਉਹਨਾਂ ਛੁਪਾ ਲਿਆ। ਗੱਲਾਂ ਨਾਲ ਨਹੀਂ ਮਿਲਦਾ, ਗੱਲੀ ਗਿਆਨ ਨਾ ਹੋਈ, ਸੋ ਗੱਲੀ ਜੋਗ ਨਾ ਪਾਈਏ। ਸੋ ਆਖਣ ਆਕੇ ਦਾ ਅਰਥ ਹੈ ਕਹਿ ਕਰਕੇ, ਗੱਲਾਂ ਕਰਕੇ। ਕਿੰਨੇ ਕੋਲੇ ਜਿਹੜੇ ਗੱਲਾਂ ਤਾਂ ਕਰਦੇ ਗਿਆਨ ਦੀਆਂ, ਪਰ ਗੁਰ ਬਿਨ ਬੂਝ ਨਾ ਹੋਏ। ਗੁਰੂ ਤੋਂ ਬਿਨਾਂ ਜਿਹੜੀ ਬੂਝ ਸਮਝ ਗਿਆਤ ਗਿਆਨ ਹੈ ਨਾ, ਇਹ ਨਹੀਂ ਪ੍ਰਾਪਤ ਹੋ ਸਕਦਾ। ਥਾਵਾਂ ਥਾਵਾਂ ਦੇ ਬਚਨ ਆਉਂਦਾ ਹੈ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚੰਨ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਵਾਸਤੇ ਸਾਹਿਬ ਕਹਿੰਦੇ ਗੁਰੂ ਤੋਂ ਬਿਨਾਂ ਆਤਮ ਮਾਰਗ ਜਿਹੜੀ ਬੂਝ ਸੋਝੀ ਗਿਆਤ ਹੈ ਨਾ, ਗਿਆਨ ਹੈ ਆਤਮ ਗਿਆਨ, ਇਹ ਪ੍ਰਾਪਤ ਨਹੀਂ ਹੁੰਦਾ। ਨਾਮ ਵਡਾਈ ਜੀ ਮਿਲੈ, ਸੱਚ ਰਪੈ ਪਤ ਹੋਏ। ਨਾਮ ਦੀ ਵਡਿਆਈ ਜੇ ਮਿਲੇ, ਜੇ ਪ੍ਰਾਪਤ ਹੋ ਜਾਵੇ, ਨਾਮ ਦੀ ਬਰਕਤ ਮਿਲ ਜਾਵੇ, ਵਡਿਆਈ ਮਿਲ ਜਾਵੇ, ਸਿਫਤ ਸਲਾਹ ਮਿਲ ਜਾਏ, ਬੰਦਾ ਸੱਚ ਵਿੱਚ ਰੱਬੇ ਦਾ ਅਰਥ ਹੈ ਰੰਗਿਆ ਜਾਂਦਾ। ਜਿਹੜਾ ਸੱਚ ਵਿੱਚ ਰੱਬੇ ਰੰਗਿਆ ਗਿਆ, ਪਤ ਹੋਏ, ਉਹਦੀ ਇੱਜ਼ਤ ਪਤ ਕਾਇਮ ਹੁੰਦੀ ਹੈ। ਉਹਦੀ ਪਤ ਪ੍ਰਤਿਸ਼ਠਾ ਐਸ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਬਹੁਤ ਵੱਡੀ ਹੋ ਜਾਂਦੀ ਹੈ। ਜੋ ਤੁਧ ਭਾਵੈ ਸੇ ਭਲੇ, ਖੋਟਾ ਖਰਾ ਨਾ ਕੋਈ। ਉਹਨਾਂ ਗੁਰਮੁਖ ਜਨਾਂ ਨੂੰ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ। ਉਹ ਫਿਰ ਕਹਿੰਦੇ ਮਾਲਕਾ ਜੋ ਤੁਧ ਭਾਵੇ, ਜੋ ਤੈਨੂੰ ਭਾਉਂਦਾ ਨਾ ਸੇ ਭਲੇ, ਉਹ ਸਾਰੇ ਜੀਵ ਚੰਗੇ ਨੇ। ਜੋ ਤੁਧ ਭਾਵੇ ਸਾਈ ਭਲੀ ਕਾਰ, ਖੋਟਾ ਖਰਾ ਨਾ ਕੋਈ। ਉਹਨਾਂ ਵਾਸਤੇ ਨਾ ਕੋਈ ਖੋਟਾ ਹੈ, ਨਾ ਕੋਈ ਖਰਾ ਦਾ ਅਰਥ ਹੁੰਦਾ ਚੰਗਾ ਹੈ। ਮਾੜਾ ਚੰਗਾ ਉਹਨਾਂ ਵਾਸਤੇ ਕੋਈ ਹੈ ਨਹੀਂ। ਉਹਨਾਂ ਨੂੰ ਸਾਰਿਆਂ ਅੰਦਰ ਬ੍ਰਹਮ ਦੀ ਜੋਤ ਦਿਸਦੀ ਹੈ। ਤੇ ਉਹ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣੁਤ ਨਾਨਕ ਤਾਰਿਸ। ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ। ਮੈਨੂੰ ਛੱਡ ਕੇ ਸਾਰੇ ਚੰਗੇ ਨੇ। ਇਹ ਬ੍ਰਹਮ ਦ੍ਰਿਸ਼ਟੀ ਹੈ। ਜੋ ਤੁਧ ਭਾਵੇ, ਜਿਹੜੇ ਤੈਨੂੰ ਭਾਗ ਹੈ ਸੇ ਭਲੇ, ਉਹ ਬੜੇ ਭਲੇ ਨੇਕ ਮਹਾਂਪੁਰਖ ਗੁਰਮੁਖ ਹਨ। ਜਿਹੜੇ ਤੇਰੇ ਦਰ ਦੇ ਭਾਗ ਹੈ, ਜਿਹੜੇ ਤੈਨੂੰ ਚੰਗੇ ਲੱਗ ਗਏ, ਉਹਨਾਂ ਦੀ ਦ੍ਰਿਸ਼ਟੀ ਹੁੰਦੀ ਹੈ ਖੋਟਾ ਖਰਾ ਨਾ ਕੋਈ। ਉਹਨਾਂ ਵਾਸਤੇ ਨਾ ਕੋਈ ਚੰਗਾ ਤੇ ਨਾ ਮੰਦਾ, ਉਹਨਾਂ ਨੂੰ ਸਾਰੇ ਹੀ ਪਰਮਾਤਮਾ ਦਾ ਰੂਪ ਦਿਸਦੇ ਹਨ। ਗੁਰ ਸਰਣਾਈ ਛੁਟਿਐ, ਮਨੁਖ ਕੋਟੇ ਰਾਸ। ਸਿੱਖਾਂ ਪੁੱਛਿਆ ਮਹਾਰਾਜ ਜੰਮਣ ਮਰਨ ਤੋਂ, ਦੁੱਖ ਦੇ ਬੰਧਨਾਂ ਤੋਂ, ਵਿਕਾਰਾਂ ਤੋਂ ਕਿਵੇਂ ਛੁੱਟਿਆ ਜਾ ਸਕਦਾ। ਸਾਹਿਬ ਕਹਿੰਦੇ ਭਾਈ ਗੁਰ ਸਰਨਾਈ ਛੁੱਟੀ। ਆ ਤੁਹਾਡੇ ਸਵਾਲ ਦਾ ਉੱਤਰ ਹੈ। ਗੁਰੂ ਦੀ ਸ਼ਰਨ ਵਿੱਚ ਆ ਜਾਓ, ਸ਼ਰਨ ਵਿੱਚ ਪੈ ਜਾਓ, ਤਾਂ ਬੰਧਨਾਂ ਤੋਂ, ਜੰਮਣ ਮਰਨ ਤੋਂ, ਆਵਾਗਮਨ ਤੋਂ, ਦੁੱਖਾਂ ਕਲੇਸ਼ਾਂ ਤੋਂ, ਔਗਣਾਂ ਤੋਂ, ਵਿਕਾਰਾਂ ਤੋਂ ਛੁੱਟੀਏ, ਛੁੱਟ ਜਾਈਦਾ, ਛੁਟਕਾਰਾ ਹੋ ਜਾਂਦਾ। ਪਰ ਮਨਮੁਖ ਤਾਈ ਨਾਲ ਨਹੀਂ। ਮਨਮੁਖ ਖੋਟੀ ਰਾਸ, ਮਨਮੁਖਾਂ ਦੇ ਕੋਲ ਜਿਹੜੀ ਖੋਟੀ ਰਾਸ ਹੈ। ਰਾਸ ਦਾ ਅਰਥ ਹੁੰਦਾ ਪੂੰਜੀ, ਸਰਮਾਇਆ। ਹੁਣ ਗੁਰਮੁਖਾਂ ਕੋਲ ਸੱਚੀ ਰਾਸ਼ੀ ਹੈ, ਸ਼ਰਧਾ ਦੀ, ਭਾਵਨਾ ਤੇ ਸਿਦਕ ਭਰੋਸੇ ਦੀ ਸੱਚੀ ਰਾਸ਼ੀ ਹੈ। ਤੇ ਮਨਮੁਖਾਂ ਕੋਲ ਨਿਸ਼ਬਦਕ ਗੁਣੇ ਦੀ, ਤਰਕਾਂ ਦੀ, ਬੇਵਿਸ਼ਵਾਸੀ ਤੇ ਬੇਭਰੋਸਗੀ ਦੀ, ਇਹ ਵੀ ਉਹਨਾਂ ਕੋਲ ਰਾਸ਼ੀ ਹੈ। ਇਹ ਦੋ ਤਰ੍ਹਾਂ ਦਾ ਧਨ ਹੈ। ਇੱਕ ਸੱਚੀ ਰਾਸ਼ੀ ਹੈ ਸ਼ਰਧਾ ਦੀ ਪੂੰਜੀ, ਇੱਕ ਨਿਸ਼ਬਦਕ ਗੁਣੇ ਦੀ ਰਾਸ਼ੀ। ਮਨਮੁਖਾਂ ਕੋਲ ਵੀ ਰਾਸ਼ੀ ਹੈ, ਉਹਨਾਂ ਕੋਲ ਪੂੰਜੀ ਤਾਂ ਹੈ, ਸਰਮਾਇਆ ਤਾਂ ਹੈ, ਉਹ ਖੋਟੀ ਹੈ, ਜਿਹੜੀ ਚੱਲਣ ਵਾਲੀ ਨਹੀਂ। ਰੱਬ ਦੇ ਘਰ ਵਿੱਚ ਉਹ ਖੋਟੀ ਰਾਸ਼ੀ, ਨਿਸ਼ਬਦਕ ਗੁਣਾ, ਬੇਵਿਸ਼ਵਾਸੀ ਨਹੀਂ ਚੱਲਦੀ। ਅਸ਼ਟ ਧਾਤ ਪਾਤਸ਼ਾਹ ਕੀ,
ਘੜੀਐ ਸ਼ਬਦ ਵਿਗਾਸ। ਇਹ ਸਮਝੋ ਇੱਕ ਪ੍ਰਵਾਨ ਸਾਹਿਬਾਂ ਦਿੱਤਾ ਹੈ, ਦੁਨਿਆਵੀ ਬਾਦਸ਼ਾਹ ਦਾ ਲੈ ਲਓ। ਅਸ਼ਟ ਅਠ ਧਾਤ ਧਾਤਾਂ, ਜਿਵੇਂ ਸੋਨਾ ਚਾਂਦੀ ਹੈ, ਪਿੱਤਲ ਹੈ, ਜਿਸਤ ਹੈ, ਪਾਰਾ ਹੈ, ਕਲੀ ਹੈ, ਇਹ ਇਤਿਹਾਸਕ 8 ਧਾਤਾਂ ਹਨ ਜਿਨ੍ਹਾਂ ਦੁਆਰਾ ਵਸਤੂਆਂ ਬਣਾਈਆਂ ਜਾਂਦੀਆਂ ਹਨ। ਸ਼ਸਤਰ ਘੜੇ ਜਾਂਦੇ, ਤਿਆਰ ਕੀਤੀਆਂ ਜਾਂਦੀਆਂ ਵਸਤੂਆਂ ਜਿਵੇਂ ਸੋਨੇ ਚਾਂਦੀ ਦੇ ਗਹਿਣੇ ਘੜੇ ਜਾਂਦੇ ਹਨ, ਲੋਹੇ ਦੇ ਹਥਿਆਰ ਸ਼ਸਤਰ ਬਣਾਏ ਜਾਂਦੇ ਹਨ। ਪਾਰੇ ਤੇ ਕਲੀ ਤੋਂ ਵੀ ਵਰਤਿਆ ਜਾਂਦਾ ਵੀ ਧਾਤ ਵਿੱਚ ਆਉਂਦਾ ਹੈ, ਜਿਸਤ ਵੀ ਧਾਤ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਸਰੀਰ ਵਿੱਚ ਵੀ 8 ਧਾਤਾਂ ਪਾਈਆਂ ਨੇ, ਜਿਨ੍ਹਾਂ ਵਿੱਚ ਚਮੜੀ, ਤੁਜਾ ਹੈ, ਰੋਮ ਹਨ, ਲਹੂ ਹੈ, ਨਾੜੀਆਂ ਹਨ, ਨਿਜ ਹੈ ਕੋ। ਇਹ ਇਤਿਹਾਸਕ 8 ਧਾਤਾਂ ਹਨ। ਇਹਨਾਂ 8 ਧਾਤਾਂ ਕਰਕੇ ਮਾਲਕ ਨੇ ਆਪਣੀ ਟਕਸਾਲ ਕਾਰਖਾਨੇ ਅੰਦਰ ਮਨੁੱਖੀ ਸਰੀਰ ਦੀ ਘਾਟ ਘੜੀ ਹੈ। ਸਾਹਿਬ ਘੜੀਏ ਦਾ ਹੁੰਦਾ ਘੜਨਾ, ਬਣਾਉਣਾ, ਸਵਾਰਨਾ। ਸਾਹਿਬ ਕਹਿੰਦੇ ਇਸ ਤਰ੍ਹਾਂ ਗੁਰੂ ਦੇ ਸ਼ਬਦ ਵਿਗਾਸ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਦੋਂ ਜੀਵਨ ਘੜ ਲਿਆ ਜਾਵੇ ਨਾ, ਸੱਚੇ ਪਾਤਸ਼ਾਹ ਦੀ ਸੱਚੀ ਟਕਸਾਲ ਅੰਦਰ ਘੜੀ ਹੈ। ਸ਼ਬਦ ਸੱਚੀ ਟਕਸਾਲ, ਸੱਚ ਦੀ ਟਕਸਾਲ ਜਦੋਂ ਜੀਵਨ ਘੜ ਲਿਆ ਜਾਏ ਨਾ, ਸਾਹਿਬ ਕਹਿੰਦੇ ਵਿਗਾਸ, ਵਿਗਾਸ ਦਾ ਅਰਥ ਹੈ ਖੇੜਾ, ਪ੍ਰਸੰਨਤਾ। ਉਹਨਾਂ ਗੁਰਮੁਖ ਜਨਾਂ ਨੂੰ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੀ ਟਕਸਾਲ ਅੰਦਰ ਇਸ ਜੀਵਨ ਨੂੰ ਘੜ ਲਿਆ ਨਾ, ਇਹ 8 ਧਾਤਾਂ ਵਾਲੇ ਸਰੀਰ ਨੂੰ ਸਵਾਰ ਲਿਆ। ਸ਼ਬਦ ਵਿਗਾਸ, ਸ਼ਬਦ ਬ੍ਰਹਮ ਨਾਲ ਜੁੜ ਕੇ ਸ਼ਬਦ ਨੂੰ ਕਮਾ ਕੇ ਜੀਵਨ ਕਾਲ ਚ ਵਿਗਾਸ, ਖੇੜਾ, ਪ੍ਰਸੰਨਤਾ, ਸੁਖ, ਸ਼ਾਂਤੀ ਤੇ ਆਨੰਦ ਪ੍ਰਾਪਤ ਕਰ ਲੈਂਦੇ ਹਨ। ਆਪੇ ਪਰਖੇ ਪਾਰਖੂ ਪਵੈ ਖਜ਼ਾਨੈ ਰਾਸ। ਉਹ ਮਾਲਕ ਆਪ ਦੀ ਪਰਖ ਕਰਨ ਵਾਲਾ, ਭਗਤੀ ਬੰਦਗੀ ਦੇ ਰਾਹ ਤੇ ਵੀ ਆਪ ਪਾਉਂਦਾ ਤੇ ਕਸਵੱਟੀਆਂ ਵੀ ਉਹ ਆਪ ਹੀ ਲਾਉਂਦਾ, ਕਿਉਂਕਿ ਉਹ ਪਾਰਖ ਦ੍ਰਿਸ਼ਟੀ ਦਾ ਮਾਲਕ ਹੈ। ਜੌਹਰੀ ਦੀ ਤਰ੍ਹਾਂ ਜਿਵੇਂ ਨੂੰ ਜੌਹਰੀ ਪਰਖ ਕਰਦਾ ਹੈ, ਮਾਲਕ ਦਾ ਵੱਡਾ ਜੌਹਰੀ ਜੀਵਨ ਪਰਖਦਾ ਹੈ, ਘਾਲਣਾ ਪਰਖਦਾ ਹੈ। ਤੇ ਜਿਨ੍ਹਾਂ ਦੀ ਘਾਲਣਾ ਪਰਖੀ ਜਾਂਦੀ ਨਾ, ਸਾਹਿਬ ਕਹਿੰਦੇ ਆਪੇ ਪਰਖਿਆ ਪਰਖਣ ਵਾਲਾ ਪਾਰਖੂ ਦਾ ਅਰਥ ਹੁੰਦਾ ਜਿਹਨਾਂ ਪਰਖ ਲਵੇ, ਜਿਹੜਾ ਨਿਗਾਹ ਰੱਖਦਾ ਹੈ ਪਰਖਣ ਦੀ, ਨਿਰਣਾ ਕਰਨ ਦੀ ਸ਼ਕਤੀ। ਪਵੇ ਖਜ਼ਾਨੇ ਰਾਸ, ਜਿਨ੍ਹਾਂ ਦੇ ਕੋਲ ਸੱਚੀ ਰਾਸ਼ੀ ਨਾਲ ਸ਼ਰਧਾ ਆਵੇ, ਉਹ ਮਾਲਕ ਦੇ ਖਜ਼ਾਨੇ ਵਿੱਚ ਪਵੇ ਦਾ ਅਰਥ ਹੈ ਪੈ ਜਾਂਦੇ। ਪਵੇ ਖਜ਼ਾਨੇ ਰਾਸ, ਸੱਚੀ ਰਾਸ਼ੀ ਵਾਲੇ ਗੁਰਮੁਖ ਜਨ ਜਿਨ੍ਹਾਂ ਕੋਲ ਨਾਮ ਦੀ ਰਾਸ਼ੀ, ਨਾਮ ਦਾ ਧਨ, ਸ਼ਰਧਾ ਦੀ ਰਾਸ਼ੀ ਹੈ, ਭਾਵਨਾ ਦੀ ਰਾਸ਼ੀ, ਵਾਹਿਗੁਰੂ ਦੇ ਖਜ਼ਾਨੇ ਵਿੱਚ ਸਾਧ ਸੰਗਤ ਰੂਪੀ ਖਜ਼ਾਨਾ, ਸੱਚਖੰਡ ਰੂਪੀ ਖਜ਼ਾਨਾ, ਸਰੂਪ ਰੂਪੀ ਖਜ਼ਾਨੇ ਵਿੱਚ ਸਾਹਿਬ ਕਹਿੰਦੇ ਪੈ ਜਾਂਦੇ, ਭਾਵ ਪ੍ਰਵਾਨ ਚੜ ਜਾਂਦੇ ਹਨ। ਤੇਰੀ ਕੀਮਤ ਨਾ ਪਵੈ ਸਭ ਡਿਠੇ ਠੋਕ ਵਜਾਏ। ਪੁਰਾਣੇ ਸਮੇਂ ਵਿੱਚ ਘੜਾ ਲੈਣਾ ਹੁੰਦਾ ਸੀ, ਬਜ਼ੁਰਗ ਪਹਿਲਾਂ ਹੱਥ ਮਾਰ ਕੇ ਦੇਖਦੇ ਸੀ, ਪੱਕਾ ਕੇ ਕੱਚਾ ਤੜਕਾ ਕੇ ਵੇਖਦੇ ਸੀ, ਇਹਨੂੰ ਕਹਿੰਦੇ ਸੀ ਠੋਕ ਵਜਾ ਕੇ ਵੇਖਣ, ਭਾਵ ਕਿਸੇ ਚੀਜ਼ ਨੂੰ ਖਰੀਦਣਾ ਤੇ ਪਰਖ ਕਰਨਾ। ਇਹ ਨਹੀਂ ਕਿ ਘਰ ਜਾ ਕੇ ਮੁੜ ਕੇ ਪਛਤਾਓ ਕਿ ਤਾਂ ਗਲਤ ਆ ਗਈ ਹੈ। ਗੁਰੂ ਸਾਹਿਬ ਦਾ ਇੱਕ ਸਿਧਾਂਤ ਹੈ, ਪਹਿਲਾਂ ਵਸਤ ਸਿਆਣ ਕੇ ਤਉ ਕੀਜੇ ਵਪਾਰ। ਸਾਹਿਬ ਇਹ ਨਹੀਂ ਕਿਹਾ ਕਿ ਇੱਥੇ ਘਰੇ ਬੈਠਿਆ ਫੋਨ ਕਰ ਦੋ ਤੇ ਕਹਿ ਦੋ ਜੀ ਆਓ ਲੈਣਾ ਚੀਜ਼ ਮੰਗਵਾ ਲਓ ਤੇ ਉਹ ਕਾਗਜ਼ਾਂ ਦਾ ਡੱਬਾ ਕਰ ਦੇ। ਜਲੰਧਰ ਦਾ ਵਕੀਲ ਪਿੱਛੇ ਜੇ ਰੋਂਦਾ ਸੀ, 80,000 ਦਾ ਮੋਬਾਈਲ ਮੰਗਾਇਆ ਤੇ ਫਿਰ ਉਹਦੇ ਵਿੱਚੋਂ ਕਾਗਜ਼ ਜਦੋਂ ਨਿਕਲੇ, ਵਕੀਲ ਨਾਲ ਵੀ ਅਜਿਹਾ ਹੋ ਸਕਦਾ ਹੈ। ਚਲੋ ਅਨਪੜ੍ਹ ਨਾਲ ਤਾਂ ਹੋ ਗਿਆ, ਪਰ ਪੜ੍ਹੇ ਲਿਖਿਆ ਨਾਲ ਵੀ ਧੋਖਾ ਹੁੰਦਾ। ਕਿਉਂ ਹੁੰਦਾ? ਜਦੋਂ ਗੁਰੂ ਦੀ ਮੱਤ ਕੋਲ ਨਾ ਹੋਵੇ। ਸਾਹਿਬ ਕਹਿੰਦੇ ਪਹਿਲਾਂ ਚੀਜ਼ ਵੇਖੋ, ਉਹਨੂੰ ਪਰਖੋ, ਫਿਰ ਖਰੀਦੋ, ਫਿਰ ਪੈਸੇ ਦਿਓ। ਤੇ ਆਮ ਅੱਜ ਕੱਲ੍ਹ ਕੀ ਚੱਲਦਾ, ਚੀਜ਼ ਵੇਖੇ ਨਹੀਂ ਹੁੰਦੀ, ਵਿਖਾਉਂਦੇ ਕੁਛ ਹੋਰ ਨੇ। ਡਰਮ ਜਿਹੜਾ ਢਿੱਡ ਪਹਿਲਾਂ ਵਿਖਾ ਕੇ ਤੇ ਫਿਰ ਕਹਿੰਦੇ ਜੀ ਆਹ ਚੀਜ਼ ਖਾਓ ਤੇ ਬੰਦਾ ਪਤਲਾ ਹੋ ਜਾਂਦਾ। ਉਹ ਖਾ ਖਾ ਕੇ ਬੰਦਾ ਬਿਮਾਰੀਆਂ ਸੇੜ ਲੈਂਦਾ ਹੈ। ਸੋ ਗੁਰੂ ਸਾਹਿਬ ਕਹਿ ਰਹੇ ਨੇ ਭਾਈ ਐਸਾ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਤੇ ਚੱਲਣ ਵਾਲੇ ਜਿਹੜੇ ਨਾ ਬੜੇ ਸਬਰ ਸੰਤੋਖ ਦੇ ਧਾਰਨੀ ਹੁੰਦੇ ਨੇ, ਉਹਨਾਂ ਦਾ ਜੀਵਨ ਬਹੁਤ ਮੁੱਲਾ ਹੋ ਜਾਂਦਾ ਹੈ। ਤੇ ਪਰਮਾਤਮਾ ਦੇ ਸਬੰਧ ਵਿੱਚ ਸਾਹਿਬ ਕਹਿੰਦੇ ਤੇਰੀ ਕੀਮਤ ਨਾ ਪਵੇ ਮਾਲਕਾ। ਤੇਰੀ ਕੀਮਤ ਦਾ ਅਰਥ ਹੈ ਮੁੱਲ। ਤੇਰਾ ਮੁੱਲ ਨਹੀਂ ਪੈ ਸਕਦਾ, ਕਿਉਂਕਿ ਕੀਮਤ ਪਾਏ ਨਾ ਕਹਿਆ ਜਾਏ, ਕੁਛ ਨਹੀਂ ਕਿਹਾ ਜਾ ਸਕਦਾ ਤੇਰਾ ਮੁੱਲ ਕਿੰਨਾ। ਹਾਂ, ਕਹਿਣੇ ਵਾਲੇ ਤੇਰੇ ਰਹੇ ਸਮਾ, ਜਿਨ੍ਹਾਂ ਤੇਰੀ ਸਿਫਤ ਸਲਾਹ ਕੀਤੀ ਤੇਰੇ ਚ ਸਮਾ ਗਏ। ਸਭ ਡਿੱਠੀ ਠੋਕ ਵਜਾਏ। ਠੋਕ ਵਜਾਏ ਦਾ ਕਿ ਠੋਕ ਵਜਾ ਕੇ ਪਰਖ ਕੇ ਨਿਰਣਾ ਕਰਕੇ ਸਾਹਿਬ ਕਹਿੰਦੇ ਵੇਖ ਲਿਆ ਮਾਲਕਾ ਤੇਰੀ ਕੀਮਤ ਨਹੀਂ ਪੈ ਸਕਦੀ, ਤੇਰਾ ਮੁੱਲ ਕੋਈ ਨਹੀਂ ਹੈ, ਤੇਰੇ ਨਾਮ ਦੀ ਕੀਮਤ ਨਹੀਂ ਹੈ, ਤੇਰੇ ਦਾਨ ਦੀ ਕੀਮਤ ਨਹੀਂ, ਤੇਰੇ ਦਾਨੇ ਕੀਮਤ ਨਾ ਪਵੇ ਤੇ ਸਦਾ ਤੇ ਕਮਨ ਸੁਭਾ।
ਦਾਨ ਦੀ ਕੀਮਤ ਹੀ ਨਹੀਂ ਤੇ ਦੇਣ ਵਾਲੇ ਦਾਤੇ ਦੀ ਕੀਮਤ ਕਿਵੇਂ ਕੋਈ ਪਾ ਸਕਦਾ। ਸੋ ਤੇਰਾ ਕੋਈ ਮੁੱਲ ਨਹੀਂ ਹੈ। ਸਭ ਡਿੱਠੀ ਸਾਰੀ ਸ੍ਰਿਸ਼ਟੀ ਠੋਕ ਵਜਾ ਕੇ ਪਰਖ ਕੇ ਵੇਖ ਲਈ, ਕਿਸੇ ਕੋਲੋਂ ਸਰਮਾਇਆ ਉਹ ਮੁੱਲ ਹੈ ਹੀ ਨਹੀਂ ਕਿ ਜਿਸ ਦੇ ਨਾਲ ਤੇਰੀ ਕੀਮਤ ਤੇਰਾ ਮੁੱਲ ਪੈ ਸਕੇ। ਕਹਿਣ ਹਾਥ ਨਾ ਲੱਭਈ ਸੱਚ ਟਿਕੈ ਪਤ ਪਾਏ। ਕਹਿਣ ਦੇ ਨਾਲ ਹੱਥ ਨਾਲ ਲੱਭੀ, ਹੱਥ ਵਿੱਚ ਮਨ ਰੂਪੀ ਹੱਥ ਵਿੱਚ ਅੰਤਸ਼ਕਰਨ ਰੂਪੀ ਹੱਥ ਵਿੱਚ ਪਰਮਾਤਮਾ ਕੇਵਲ ਗੱਲਾਂ ਕਰਨ ਨਾਲ ਨਾ ਲੱਭੀ ਨਹੀਂ ਲੱਭਦਾ, ਨਹੀਂ ਪ੍ਰਾਪਤ ਹੁੰਦਾ। ਸੱਚ ਟਿਕੇ, ਜਦੋਂ ਬੰਦਾ ਸੱਚੇ ਨਾਮ ਵਿੱਚ ਟਿਕ ਜਾਏ ਫਿਰ ਪਤ ਪਾਏ, ਸੱਚੀ ਪਤ ਪਾਉਂਦਾ ਹੈ। ਇੱਜ਼ਤ ਪਤ ਮਾਨ ਸਨਮਾਨ ਆਬਰੂ ਪ੍ਰਤਿਸ਼ਠਾ ਹਾਸਲ ਕਰ ਲੈਂਦਾ ਜਦੋਂ ਸੱਚੇ ਨਾਮ ਵਿੱਚ ਟਿਕ ਜਾਵੇ, ਨਾਮ ਵਿੱਚ ਸੁਰਤ ਜੁੜ ਜਾਏ, ਸਾਧ ਸੰਗ ਸੱਚੀ ਚ ਟਿਕ ਜਾਏ ਫਿਰ ਪਤ ਪਾਏ। ਪਤ ਪਾਏ ਹਰ ਨਾਮ, ਹਰੀ ਦੇ ਨਾਮ ਦੁਆਰਾ ਸਾਹਿਬ ਕਹਿੰਦੇ ਫਿਰ ਇੱਜ਼ਤ ਪਤ ਪ੍ਰਾਪਤ ਹੋ ਜਾਂਦੀ ਹੈ। ਕੇਵਲ ਕਹਿਣ ਨਾਲ ਗੱਲਾਂ ਕਰਨ ਨਾਲ ਉਹ ਪਰਮਾਤਮਾ ਮਨ ਰੂਪੀ ਹਿਰਦੇ ਰੂਪੀ ਹੱਥ ਵਿੱਚ ਨਹੀਂ ਆਉਂਦਾ। ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ। ਗੁਰੂ ਦੀ ਮੱਤ ਲੈ ਕੇ ਤੂੰ ਸਲਾਉਣਾ ਮਾਲਕਾ, ਤੈਨੂੰ ਸਲਾਉਣਾ ਕਰੀਏ। ਸਾਨੂੰ ਸਮਝਾ ਰਹੇ ਨੇ ਭਾਈ, ਤੂੰ ਹੈ ਭਾਈ ਤੂੰ ਗੁਰੂ ਦੀ ਮੱਤ ਲੈ ਕੇ ਸਲਾਉਣਾ ਕਰ। ਗੁਰ ਕੀ ਮੱਤ ਤੋਂ ਲਹਿ ਆਨੇ ਭਗਤ ਬਿਨਾ ਪਉ ਡੁਬੇ ਸਨ। ਗੁਰੂ ਦੀ ਮੱਤ ਲੈ ਲੈ, ਹੋਰ ਕੀਮਤ ਕਹਿਣ ਨਾ ਜਾਏ। ਹੋਰ ਕਿਸੇ ਤਰ੍ਹਾਂ ਦੀ ਕੀਮਤ ਮੁੱਲ ਨਹੀਂ ਕਿਹਾ ਜਾ ਸਕਦਾ। ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹਉ ਮੈਂ ਬਾਦ। ਜਿਤ ਤਨ, ਤਨ ਵਿੱਚ ਸਾਰਾ ਮਨ ਆਤਮਾ ਵੀ ਆ ਜਾਂਦਾ। ਜਦੋਂ ਤਨ ਦਾ ਜ਼ਿਕਰ ਹੋਵੇ ਤਨ ਵਿੱਚ ਹੀ ਮਨ ਹੈ, ਤਨ ਵਿੱਚ ਹੀ ਆਤਮਾ ਹੈ। ਤਨ ਤੋਂ ਆਤਮਾ ਤੇ ਮਨ ਬਾਹਰ ਨਹੀਂ ਹੈ ਜਿੰਨਾ ਚਿਰ ਤਨ ਜਿਉਂਦਾ। ਇਸੇ ਵਾਸਤੇ ਤਨ ਕਿਹਾ। ਜਿਤ ਤਨ ਨਾਮ ਨਾ ਭਾਵੀ, ਜਿਸ ਤਨ ਨੂੰ ਮਨ ਨੂੰ ਪਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਨਾ ਭਾਵੀ ਨਹੀਂ ਪਾਉਂਦਾ, ਨਹੀਂ ਚੰਗਾ ਲੱਗਦਾ। ਜਿਤ ਤਨ, ਫਿਰ ਉਸ ਤਨ ਸਰੀਰ ਵਿੱਚ ਕੀ ਕੁਛ ਹੈ? ਹਉਮੈ ਹੰਗਤਾ ਮਮਤਾ ਦੇ ਵਾਦ ਦਰਦ ਵਾਦ ਵਾਦ ਝਗੜੇ ਕਲੇਸ਼ ਹੀ ਉਸ ਤਨ ਵਿੱਚ ਪਏ ਰਹਿੰਦੇ ਹਨ। ਗੁਰ ਬਿਨ ਗਿਆਨ ਨਾ ਪਾਈਐ ਦੇਖਿਆ ਦੂਜਾ ਸਾਧ। ਸਤਿਗੁਰੂ ਤੋਂ ਬਿਨਾ ਆਤਮ ਗਿਆਨ, ਸਵੈ ਸਰੂਪ ਦਾ ਗਿਆਨ, ਪ੍ਰਭੂ ਦਾ ਗਿਆਨ ਨਾ ਪਾਈਏ, ਨਹੀਂ ਪਾਇਆ ਜਾਂਦਾ, ਨਹੀਂ ਪ੍ਰਾਪਤ ਹੁੰਦਾ। ਬੰਦਾ ਵੇਖਿਆ ਕਹਿੰਦੇ ਮਾਇਆ ਨੂੰ, ਜ਼ਹਿਰ ਨੂੰ। ਇਸ ਮਾਇਆ ਵੇਖਿਆ ਜ਼ਹਿਰ ਦਾ ਦੂਜਾ ਸਾਥ, ਦੂਜੇ ਸਾਥ ਸਵਾਦ ਵਿੱਚ ਹੀ ਫਸਿਆ ਰਹਿੰਦਾ ਹੈ। ਪ੍ਰਭੂ ਪਰਮਾਤਮਾ ਦਾ ਗਿਆਨ ਹਾਸਲ ਨਹੀਂ ਕਰਦਾ, ਸਗੋਂ ਮਾਇਆ ਦੇ ਸਵਾਦਾਂ ਜਿਹੜਾ ਦਵੈਸ਼ ਭਾਵ ਪੈਦਾ ਕਰਨ ਵਾਲੇ ਸਵਾਦ ਉਹਨਾਂ ਵਿੱਚ ਖਚਤ ਹੁੰਦਾ ਹੈ। ਬਿਨ ਗੁਣ ਕਾਮ ਨਾ ਆਵਈ ਮਾਇਆ ਫੀਕਾ ਸਾਧ। ਬਿਨ ਗੁਣ ਕਾਮ ਨਾ ਆਵੇ, ਬਿਨਾ ਨਾਮ ਸਿਮਰਨ ਦੇ ਗੁਣ ਤੋਂ, ਕੀਰਤਨ ਕਰਨ ਰੂਪੀ ਗੁਣ ਤੋਂ, ਸ਼ੁਭ ਗੁਣਾਂ ਤੋਂ, ਦੈਵੀ ਗੁਣਾਂ ਦੀ ਕਮਾਈ ਧਾਰਨ ਕਰਨ ਤੋਂ ਕਾਮ ਨਾ ਆਵੇ, ਬੰਦਾ ਕਿਸੇ ਕੰਮ ਨਹੀਂ ਆਉਂਦਾ। ਇਸ ਵਾਸਤੇ ਮਾਇਆ ਫੀਕਾ ਸਾਧ, ਇਹ ਜਿਹੜੇ ਮਾਇਆ ਦੇ ਸਾਥ ਸਵਾਦ ਰਸ ਸਾਹਿਬ ਕਹਿੰਦੇ ਫਿੱਕਾ ਹਨ। ਮਾਇਆ ਦਾ ਰੰਗ ਸਭ ਫੀਕਾ, ਜਾਤੋ ਬਿਨਸ ਨਿਦਾਨ ਅਖੀਰ ਬਿਨਸਨ ਹਾਰ ਹਨ। ਇਸ ਵਾਸਤੇ ਤੇਰੇ ਪੱਲੇ ਜੀਵ ਜੇਕਰ ਗੁਣ ਨਹੀਂ, ਸਾਹਿਬ ਕਹਿੰਦੇ ਬਿਨਾਂ ਸ਼ੁਭ ਗੁਣਾਂ ਤੋਂ, ਨਾਮ ਸਿਮਰਨ ਦੀ ਕਮਾਈ ਤੋਂ ਬੰਦਾ ਕਾਮ ਨਾਲ ਵੀ ਇਹ ਕਿਸੇ ਕੰਮ ਨਹੀਂ ਆਉਂਦਾ। ਇਹ ਸਰੀਰ ਕਿਸੇ ਕੰਮ ਨਹੀਂ ਆਉਂਦਾ, ਜੀਵਨ ਨਿਸਫਲ ਗੁਜ਼ਰ ਜਾਂਦਾ ਹੈ। ਆਸਾ ਅੰਦਰ ਜਮਿਆ ਆਸਾ ਰਸ ਕਸ ਖਾਏ। ਇਹ ਬੰਦਾ ਆਸਾ ਦਾ ਬੰਦਾ ਹੀ ਜੰਮਿਆ ਹੈ, ਵਾਸਨਾ ਹੀ ਸਰੀਰ ਵਿੱਚ ਲੈ ਕੇ ਆਈ, ਇੱਛਾ ਹੀ ਲੈ ਕੇ ਆਈ ਹੈ। ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਕਹਿੰਦੇ ਸਾਨੂੰ ਸਿਮਰਨ ਦੀ ਆਸਾ ਸੀ, ਸਿਮਰਨ ਕਰਨ ਦੀ ਬੰਦਗੀ ਦੀ ਖੈਰ ਸੀ, ਜਿਸ ਕਰਕੇ ਅਸੀਂ ਇਸ ਸਰੀਰ ਵਿੱਚ ਆਏ। ਨਹੀਂ ਤੇ ਨੀਲੇ ਗੋਦ ਥੱਲੇ ਆਉਂਦੀ ਸਾਨੂੰ ਕੋਈ ਇੱਛਾ ਨੂੰ ਖਿਆਲ ਹੀ ਨਹੀਂ ਸੀ। ਬੰਦਗੀ ਦੀ ਲਾਲਸਾ ਸਾਨੂੰ ਇਸ ਸਰੀਰ ਵਿੱਚ ਲੈ ਕੇ ਆਈ। ਬੰਦਾ ਆਸਾ ਵਿੱਚ ਹੀ ਜੰਮਦਾ ਹੈ, ਆਸਾ ਵਿੱਚ ਬੱਧਾ ਹੋਇਆ ਰਸਾਂ ਕਸਾਂ ਨੂੰ ਖਾਂਦਾ ਹੈ। ਰਸ ਜਿਹੜੇ ਆਮ ਰਸ ਚੋਏ ਜਾਂਦੇ ਤੇ ਕਾਸ ਹੁੰਦੇ ਜਿਹੜੇ ਕਸੀਸ ਦੇ ਕੇ ਕੱਟੇ ਜਾਣ। ਸੋ ਜਿਵੇਂ ਸ਼ਰਾਬ ਦੀ ਆਦਤ ਦਾ ਰਸ ਇਹਨੂੰ ਕਸ ਕਹਿੰਦੇ ਨੇ। ਸੋ ਰਸਾਂ ਕਸਾਂ ਵਿੱਚ ਕੌੜੇ ਮਿੱਠੇ ਫਿੱਕੇ ਇਤਿਆਦਿਕ ਖੱਟੇ ਰਸਾਂ ਦੇ ਵਿੱਚ ਹੀ ਬੰਦਾ ਉਹਨਾਂ ਨੂੰ ਖਾਣ ਵਿੱਚ ਲੱਗਾ ਰਹਿੰਦਾ ਹੈ। ਆਸਾ ਵਿੱਚ ਹੀ ਜਨਮ ਲੈ ਕੇ ਆਉਂਦਾ, ਖਹਿਸ਼ਾਂ ਵਿੱਚ ਹੀ ਲੈ ਜਨਮਦਾ ਤੇ ਅਖੀਰ ਖਹਿਸ਼ਾਂ ਲੈ ਕਰਕੇ ਹੀ ਮਰ ਜਾਂਦਾ ਹੈ। ਆਸਾ ਬੰਦ ਚਲਾਈਐ ਮੋਹੇ ਮੋਹੇ ਝੋਟਾ
ਖਾਏ ਆਸਾਂ ਵਿੱਚ ਬੱਧੇ ਹੋਏ ਜੀਵ ਨੂੰ ਅਖੀਰ ਫਿਰ ਬੰਦ ਚਲਾਈਏ, ਜੰਮ ਬੰਦ ਕਰਕੇ ਅੱਗੇ ਲਾ ਕੇ ਚਲਾ ਲੈਂਦੇ ਨੇ। ਤੇਰੀ ਮਾਰ ਕੁਟਾਈ ਕਰਦੇ ਨੇ, ਮੋਹੇ ਮੋਹੇ ਚੋਟਾਂ ਖਾਏ, ਮੂੰਹ ਚੋਟਾਂ ਖਾਂਦਾ ਹੈ। ਜੰਮ ਮੂੰਹ ਤੇ ਮਾਰਦਾ ਹੈ, ਮੂੰਹ ਸਰੀਰ ਦਾ ਸ੍ਰੇਸ਼ਟ ਭਾਗ ਹੈ, ਉਹ ਮੂੰਹ ਹੀ ਕੁੱਟਦਾ ਹੈ, ਸਿਰ 'ਚ ਮਾਰਦਾ ਹੈ। ਅਵਗਣ ਬੱਧਾ ਮਾਰੀਐ ਝੂਟੈ ਗੁਰਮਤਿ ਇਸ ਨਾਏ ਤਰ੍ਹਾਂ ਮੂੰਹ ਜਮਾਂ ਦੀਆਂ ਚੋਟਾਂ ਖਾਏ, ਚੋਟਾਂ ਖਾਂਦਾ, ਸੱਟਾਂ ਖਾਂਦਾ ਹੈ, ਸੱਟਾਂ ਸਹਾਰਦਾ ਤੇ ਅਵਗਣ ਬੱਧਾ। ਕਿਹਨੂੰ ਮਾਰਿਆ ਜਾਂਦਾ ਸਾਹਿਬ? ਜਿਹੜਾ ਅਵਗਣ 'ਚ ਵੱਜ ਚੁੱਕਾ। ਅਵਗਣ ਬੱਧਾ ਮਾਰੀਏ ਤੋ ਨਾਨਕ ਅਵਗਣ ਜਿਤਨੇ ਦੇਤੇ ਕਰੀ ਜੰਜੀਰ। ਬੰਦੇ ਦੀ ਅਵਗਣ ਹੀ ਜੰਜੀਰ ਬਣ ਜਾਂਦੇ ਹਨ, ਬੰਧਨ ਬਣ ਜਾਂਦੇ। ਇਸ ਵਾਸਤੇ ਸਾਹਿਬ ਕਹਿੰਦੇ ਅਵਗਣ 'ਚ ਬੱਧਾ ਹੋਇਆ ਜੀਵ ਜਿਹੜਾ ਉਹਨਾਂ ਨੂੰ ਮਾਰਿਆ ਜਾਂਦਾ, ਉਹਦੀ ਮਾਰ ਕੁਟਾਈ ਹੁੰਦੀ ਹੈ। ਛੁਟਕਾਰਾ ਕਦੋਂ ਹੁੰਦਾ? ਜਦੋਂ ਗੁਰੂ ਦੀ ਮੱਤ ਲੈ ਕੇ ਨਾਏ ਨਾਮ ਜਪਦਾ ਹੈ। ਛੁਟੈ ਗੁਰਮਤਿ ਨਾਏ ਕਹੀਏ ਨਾਮ। ਗੁਰੂ ਕੋਲੋਂ ਨਾਮ ਲੈ ਕੇ ਗੁਰੂ ਦੀ ਮੱਤ ਧਾਰਨ ਕਰਕੇ ਨਾਮ ਜਪਿਆ, ਸੱਚੇ ਨਾਮ ਦੁਆਰਾ ਹੀ ਛੁਟਕਾਰਾ ਹੁੰਦਾ ਹੈ। ਸਰਬੇ ਥਾਈ ਏਕ ਤੂੰ ਜਿਉ ਭਾਵੈ ਤਿਉ ਰਾਖ ਨਾਮ ਜਪਣ ਵਾਲਿਆਂ ਦੀ ਦ੍ਰਿਸ਼ਟੀ ਐਸੀ ਹੋ ਜਾਂਦੀ ਹੈ ਸਾਹਿਬ ਕਹਿੰਦੇ ਸਰਬੇ ਥਾਈ, ਸਾਰੇ ਥਾਵਾਂ ਤੇ ਮਾਲਕਾ ਤੂੰ ਇੱਕੋ ਹੀ ਇੱਕ ਵਿਆਪਕ ਪਰਿਪੂਰਨ। ਜਿਵੇਂ ਤੈਨੂੰ ਭਾਵੈ ਭਾਉਂਦਾ ਤਿਉ ਰਾਖ, ਦੇਵੇ ਸਾਨੂੰ ਰੱਖ ਲੈ, ਸਾਡੀ ਰੱਖਿਆ ਕਰ। ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਗੁਰੂ ਦੀ ਮੱਤ ਦੁਆਰਾ ਜਦੋਂ ਸਾਚਾ ਮਨ ਵਸੇ, ਗੁਰਮਤਿ ਦੁਆਰਾ ਜਦੋਂ ਸੱਚਾ ਪਰਮਾਤਮਾ ਮਨ ਵਿੱਚ ਵਸ ਜਾਏ ਨਾ ਸਾਹਿਬ ਕਹਿੰਦੇ ਨਾਮ ਭਲੋ ਪਤ ਸਾਖ। ਨਾਮ ਜਪਣ ਕਰਕੇ ਭਲੋ ਪਤ, ਭਲੋ ਦਾ ਅਰਥ ਹੈ ਚੰਗੀ ਉੱਤਮ ਪਤ ਪ੍ਰਾਪਤ ਹੁੰਦੀ ਤੇ ਸਾਖ ਕਹਿੰਦੇ ਸਾਖ ਦਾ ਅਰਥ ਹੈ ਗਵਾਹੀ। ਦੂਸਰਾ ਪਾਠ ਸਾਥ ਵੀ ਹੈ ਕਈ ਪਾਵਨ ਸਰੂਪਾਂ ਦੇ ਅੰਦਰ। ਸੋ ਸਾਖ ਦਾ ਅਰਥ ਹੈ ਗਵਾਹੀ। ਨਾਮ ਹੀ ਪਰਲੋਕ ਵਿੱਚ ਗਵਾਹੀ ਦਿੰਦਾ ਹੈ। ਸਾਖ ਦਾ ਅਰਥ ਜੋ ਸ਼ਾਦੀ ਭਰਦਾ ਹੋਵੇ, ਹਾਂ ਇਹ ਬੰਦਾ ਸੱਚਾ ਹੈ, ਮੈਂ ਵੇਖਿਆ ਤੇ ਕਦੀ ਕੋਈ ਪਾਪ ਨਹੀਂ ਕੀਤਾ। ਸੋ ਨਾਮ ਦੁਆਰਾ ਹੀ ਸਾਹਿਬ ਕਹਿੰਦੇ ਜਿਸ ਪਾਸ ਰਹਿੰਦੀ ਹੈ। ਹਉ ਮੈਂ ਰੋਗ ਗਵਾਈਐ ਸ਼ਬਦ ਸੱਚੈ ਸੱਚ ਭਾਖ ਸੱਚੇ ਸ਼ਬਦ ਨੂੰ ਸੱਚ ਦੁਆਰਾ, ਸੱਚੇ ਗੁਰੂ ਦੇ ਨਾਮ ਦੁਆਰਾ ਭਾਖ ਕਹੀਏ ਉਚਾਰਨ ਕਰਕੇ। ਸ਼ਬਦ ਸੱਚੇ ਗੁਰੂ ਦੇ ਸੱਚੇ ਸ਼ਬਦ ਦੁਆਰਾ ਜਦੋਂ ਸੱਚ ਭਾਗ, ਸੱਚੇ ਨਾਮ ਦਾ ਭਾਗ ਉਚਾਰਨ ਕਰਦੇ ਕੀ ਪ੍ਰਾਪਤ ਹੁੰਦਾ? ਹਉਮੈ ਰੋਗ ਗਵਾਈਏ। ਸਾਹਿਬ ਕਹਿੰਦੇ ਹਉਮੈ ਦਾ ਰੋਗ ਗਵਾ ਲਈਦਾ, ਭਾਵ ਮੁਕਾ ਲਈਦਾ। ਹਉਮੈ ਦਾ ਰੋਗ ਮੁੱਕ ਜਾਂਦਾ ਹੈ। ਆਕਾਸ਼ੇ ਪਾਤਾਲ ਤੂੰ ਤ੍ਰਿਭਵਨ ਰਹਿਆ ਸਮਾਏ ਅਕਾਲ ਪੁਰਖ ਜੀ ਦੀ ਵਿਆਪਕਤਾ ਪਰਿਪੂਰਨਤਾ ਦਰਸਾਉਂਦਿਆਂ ਹੋਇਆਂ ਸਾਹਿਬ ਕਹਿੰਦੇ ਹੈ ਅਕਾਲ ਪੁਰਖ ਆਕਾਸ਼ੀ, ਜਿਹਦੇ ਆਕਾਸ਼ ਨੇ ਕੋਈ ਗਿਣਤੀ ਨਹੀਂ। ਭਾਵੇਂ ਕਿ ਸਲਾਮਤ ਵਾਲੇ 7 ਕਹਿੰਦੇ ਨੇ, ਉਹ 7 ਪਤਾਲ ਤੇ 7 ਆਕਾਸ਼ ਕਹਿੰਦੇ 14 ਤਬਕ ਮੰਨਦੇ ਨੇ। ਤੇ ਗੁਰੂ ਪਾਤਸ਼ਾਹ ਕਹਿੰਦੇ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਕੋਈ ਗਿਣਤੀ ਮਿੰਤੀ ਨਹੀਂ। ਜਿੰਨੇ ਵੀ ਆਕਾਸ਼ ਤੇ ਜਿੰਨੇ ਵੀ ਪਤਾਲ ਨੇ ਤੂੰ ਉਹਨਾਂ ਸਾਰਿਆਂ ਵਿੱਚ ਤ੍ਰਿਭਵਨ ਰਹਿਆ ਸਮਾਏ। 3 ਭਵਨ ਜਿੱਥੇ ਇੱਕ ਆ ਲੋਕ ਜਿੱਥੇ ਅਸੀਂ ਰਹਿੰਦੇ ਹਾਂ, ਇੱਕ ਥੱਲੜਾ ਲੋਕ, ਇੱਕ ਉੱਪਰਲਾ ਲੋਕ। ਸੋ ਜਿਹੜੇ 3 ਭਵਨ ਨਾ ਇਹਨਾਂ ਦੇ ਵਿੱਚ ਰਹਿਆ ਸਮਾਇਓ ਪਰਿਪੂਰਨ ਵਿਆਪਕ ਹੋ ਰਿਹਾ ਹੈ। ਆਪੇ ਭਗਤੇ ਭਾਉ ਤੂੰ ਆਪੇ ਮਿਲੇ ਮਿਲਾਏ ਆਪ ਹੀ ਤੂੰ ਭਗਤੀ ਦਾ ਸਰੂਪ ਹੈ। ਭਾਵ ਦਾ ਅਰਥ ਹੁੰਦਾ ਪ੍ਰੇਮ, ਪ੍ਰੇਮਾ ਭਗਤੀ ਦੇਣ ਵਾਲਾ ਵੀ ਆਪ ਹੈ ਤੇ ਤੂੰ ਆਪੇ ਮਿਲੇ ਮਿਲਾਏ। ਤੂੰ ਆਪ ਹੀ ਗੁਰੂ ਨੂੰ ਮਿਲਾਏ, ਮਿਲਾ ਕੇ ਮਿਲ ਪੈਂਦਾ ਹੈ। ਆਪੇ ਹੀ ਗੁਰੂ ਬਣਾਉਂਦਾ ਹੈ ਤੇ ਆਪ ਹੀ ਆਪਣੀ ਕਿਰਪਾ ਦੁਆਰਾ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਨਾਲ ਜੀਵਾਂ ਨੂੰ ਮਿਲਾ ਲੈਂਦਾ ਹੈ। ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤਿਵੈ ਰਜਾਏ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਨੇ 13ਵੀਂ ਅਸ਼ਟਪਦੀ ਦੀ ਸਮਾਪਤੀ ਸੰਪੂਰਨਤਾ ਕਰਦੇ ਕਥਨ ਕਰ ਰਹੇ ਨੇ, ਅਕਾਲ ਪੁਰਖ ਜੀਓ ਕਿਰਪਾ ਕਰੋ। ਅਰਦਾਸ ਹੈ ਆਪ ਜੀ ਦੇ ਚਰਨਾਂ ਵਿੱਚ ਨਾਮ ਨਾ ਵਿਸਰੈ, ਤੇਰਾ ਨਾਮ ਕਦੀ ਨਾ ਵਿਸਰੇ, ਤੇਰਾ ਨਾਮ ਕਦੀ ਨਾ ਭੁੱਲੇ। ਜਿਉ ਭਾਵੈ ਜਿਉ ਤੈਨੂੰ ਭਾਉਂਦਾ ਤਿਵੇਂ ਰਜਾਇਆ, ਤਿਵੇਂ ਰਜਾਇਆ ਦਾ ਅਰਥ ਹੈ ਰਜਾ ਵਿੱਚ ਸਾਨੂੰ ਰੱਖਣਾ ਕਰ। ਤੇਰੀ ਰਜਾ, ਤੇਰੇ ਭਾਣੇ, ਤੇਰੇ ਹੁਕਮ ਤੋਂ ਬਾਹਰ ਹੋ ਕੇ ਕਦੀ ਮਨ ਦੀ ਮਤ ਦੇ ਧਾਰਨੀ ਹੋ ਕੇ ਮਨਮਤ ਨਾ ਕਰੀਏ। ਸਦਾ ਤੇਰੀ ਰਜਾ, ਤੇਰੇ ਹੁਕਮ ਵਿੱਚ ਰਹਿਣਾ ਕਰੀਏ। ਜਿਵੇਂ ਤੈਨੂੰ ਚੰਗਾ ਲੱਗਦਾ ਬਸ ਹੁਕਮ ਵਿੱਚ ਰੱਖੋ।
तेरे हुक्म विच ही चलना करिए। ज्यों ज्यों तेरा हुक्म देवे त्यों होवना। उसे तरह ही हुंदा जिवें तेरी रजा होवे। साडी अरदास है कि असीं मन दी मत दे धारनी हो के तेरे तो विछड़ ना जाइए। तेरा नाम कभी ना विसरे, तेरा नाम सदा चित्ते रहे। विसर नाही दातार आपना नाम देहो। गुण गावा दिन रात नानक चाओ एहो। करता वो मेरा जजमान, एक दखना हो तय पे मांगो। देहो अपना नाम, कृपा करके अपना नाम बख्शो। एक नानक की अरदास, जे तुद भावसी जे तैनों भाउंदी है। मैं दीजे नाम निवास, हर गुण गावसी। मेरे हृदय च नाम का निवास बख्श, मैं हमेशा तेरे गुण गाउंदा रहा। ऐसी कृपा करो। ये पावन उपदेश साहिबां ने बख्शिश किया है। सतगुरु पातशाह जी कृपा करन साहिबां दा पावन बख्शिया उपदेश साडे हिरदे मन बुद्ध चित्त विच वस जाए। जीवन काल विच विचरदियां सतगुरु जी दा पावन उपदेश कमा सकीए। साहिबां जी दी पावन बाणी आगाध बोध है। तुष बुद्धि मत अनुसार विचार करदियां होइयां बेअंत भुलां चुकां दी माफी सतगुरु पातशाह गुरु की संगत बख्शनहार जी बख्श लेना। अगे वास्ते समर्थ बख्शनी। अंतरियां पंक्तियां पढ़दियां समाप्ति है जी। आपे भगते भाओ तू, आपे मिले मिलाए। नानक नाम ना विसरै, जो पावै तिवै रजाए। वाहिगुरु जी का खालसा, वाहिगुरु जी की फतेह। रामकली महला तीजा। आनंद एक ओंकार सतगुर प्रसाद। आनंद भया निवाए, सतगुरु मैं पाया। सतगुर ता पाया सहज सिद्धि, मन बजियां वाधाइयां। राग रतन परवार पइयां, शब्द गमन आइयां। शब्द गावो हरि केरा, मन जिनी बसाया। काहे नानक आनंद होआ, सतगुरु मैं पाया। ए मन मेरेया, तू सदा रहो हर नाले। हर नाल रहो तू मन मेरे। सारना अंगीकार ओह करे तेरा। कारज सब सवारना, सबना गल्ला समरथ सुआमी। सो क्यों मनो विसारे।